ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਹੀਂ ਪਤਾ ਕਦੋਂ ਆਵੇਗਾ ਜੌਨਸਨ ਐਂਡ ਜੌਨਸਨ ਦਾ ਟੀਕਾ, ਜਾਣੋ ਕੀ ਹੈ ਕੈਨੇਡਾ ਦੇ ਕੋਵਿਡ-19 ਦੇ ਹਾਲਾਤ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੇ ਹੀ ਦਿਨ ਵੈਕਸੀਨ ਦੇ ਲਈ ਲੋਕਾਂ ਦਾ ਉਤਸ਼ਾਹ, 1 ਘੰਟੇ ਦੇ ਵਿੱਚ ਮਿਲੀਅਨ ਲੋਕਾਂ ਨੇ ਵੈਕਸੀਨ ਦੇ ਲਈ ਕੀਤੀ ਕਾਲ। ਟਰੂਡੋ ਨੇ ਦੱਸੇ ਕੋਰੋਨਾ ਦੇ ਹਾਲਾਤ, ਦਿੱਤੀ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਸਕਣਗੇ ਧਾਰਮਿਕ ਅਤੇ ਖੇਡ ਸਮਾਗਮ, ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਢਿੱਲ। ਐਡੀਲੇਡ ਦੇ ਵਿੱਚ ਪੰਜਾਬਣ ਦਾ ਕਤਲ, ਪੁਲਿਸ ਨੂੰ ਕੁੜੀ ਨੇ ਕੀਤੀ ਸੀ 2 ਵਾਰ ਸ਼ਿਕਾਇਤ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਕੋਵਿਡ-19 ਵੈਕਸੀਨ ਦੇ ਨਾਲ ਜੁੜੀ ਹੋਈ तमाम ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਨੇ ਦੱਸਿਆ ਕਿ ਚਾਹੇ ਜੋ ਜੌਨਸਨ ਐਂਡ ਜੌਨਸਨ ਟੀਕਾ ਕੈਨੇਡਾ ਵੱਲੋਂ ਅਪਰੂਵ ਕੀਤਾ ਗਿਆ, ਉਸ ਦੇ ਸ਼ਾਟਸ ਦੇ ਵਾਸਤੇ ਕੈਨੇਡਾ ਵੱਲੋਂ ਆਰਡਰ ਦੇ ਦਿੱਤਾ ਗਿਆ, ਪਰ ਉਹਨਾਂ ਨੂੰ ਨਹੀਂ ਪਤਾ ਕਿ ਕੈਨੇਡਾ ਤੱਕ ਇਹ ਸ਼ਾਟਸ ਜਾਣੀ ਕਿ ਇਹ ਵੈਕਸੀਨ ਸ਼ਾਟਸ ਕਦੋਂ ਤੱਕ ਪਹੁੰਚਣਗੇ। ਨਾਲ ਦੀ ਨਾਲ ਇਸ ਖਬਰ ਦੇ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਸ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਨਾਲ ਜੁੜੇ ਮਾਮਲੇ ਸਾਹਮਣੇ ਆਏ, ਜਾਣੀ ਕਿ ਕੈਨੇਡਾ ਦੇ ਵਿੱਚ ਕੀ ਨੇ ਕੋਰੋਨਾ ਵਾਇਰਸ ਦੇ ਹਾਲਾਤ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਨੂੰ ਜੌਨਸਨ ਐਂਡ ਜੌਨਸਨ ਦੀ ਮੈਨੂਫੈਕਚਰਿੰਗ ਦੇ ਵਾਸਤੇ ਵਾਰਨ ਕੀਤਾ ਗਿਆ ਹੈ। ਕੈਨੇਡਾ ਵੱਲੋਂ ਇਸ ਵੈਕਸੀਨ ਦੀਆਂ 10 ਮਿਲੀਅਨ ਡੋਜ਼ਸ ਦਾ ਪ੍ਰੀ ਆਰਡਰ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਅਜੇ ਉਹਨਾਂ ਨੂੰ ਨਹੀਂ ਪਤਾ ਕਿ ਜੌਨਸਨ ਐਂਡ ਜੌਨਸਨ ਵੈਕਸੀਨ ਦੀ ਡਿਲੀਵਰੀ ਉਹਨਾਂ ਨੂੰ ਕਦੋਂ ਪਹੁੰਚੇਗੀ। ਉਹਨਾਂ ਕਿਹਾ ਕਿ ਜੌਨਸਨ ਐਂਡ ਜੌਨਸਨ ਵੱਲੋਂ ਇਸ ਦੀ ਪ੍ਰੋਡਕਸ਼ਨ ਦੇ ਵਾਸਤੇ ਕਈ ਚੈਲੰਜਸ ਦਾ ਸਾਹਮਣਾ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਇੰਤਜ਼ਾਰ ਹੋਵੇਗਾ ਕਿ ਕੈਨੇਡਾ ਅੰਦਰ ਇਹ ਵੈਕਸੀਨ ਡੋਜ਼ਸ ਕਦੋਂ ਪਹੁੰਚਣਗੀਆਂ। ਹੁਣ ਜਾਣਕਾਰੀ ਦਿੰਦਿਆਂ ਕਿ ਕੈਨੇਡਾ ਦੇ ਕਿਸ ਪ੍ਰੋਵਿੰਸ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਓਨਟਾਰੀਓ ਦੇ ਵਿੱਚ 24 ਘੰਟਿਆਂ ਦੌਰਾਨ 1185 ਕੋਰੋਨਾ ਵਾਇਰਸ ਦੇ ਕੇਸ ਪਾਏ ਗਏ। ਇਸ ਦੇ ਨਾਲ ਹੀ 6 ਲੋਕਾਂ ਦੀ ਜਾਨ ਇਸ ਵਾਇਰਸ ਦੇ ਕਰਕੇ ਚਲੀ ਗਈ। ਟੋਰਾਂਟੋ ਦੇ ਵਿੱਚ 343, ਨੀਲ ਰੀਜਨ ਦੇ ਵਿੱਚ 235, ਯਾਰਕ ਰੀਜਨ ਦੇ ਵਿੱਚ 105, ਹੈਮਿਲਟਨ ਦੇ ਵਿੱਚ 81 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਦੱਸ ਦਈਏ ਕਿ ਹੁਣ ਤੱਕ ਪ੍ਰੋਵਿੰਸ ਦੇ ਵਿੱਚ 2,92,806 ਦੇ ਕਰੀਬ ਰਿਜ਼ੋਲਵਡ ਕੇਸ ਹਨ, ਜਾਣੀ ਕਿ ਜਿਹੜੇ ਕੋਰੋਨਾ ਵਾਇਰਸ ਤੋਂ ਠੀਕ ਹੋ ਚੁੱਕੇ ਨੇ। ਪ੍ਰੋਵਿੰਸ ਦੇ ਵਿੱਚ ਹੁਣ ਤੱਕ 7,083 ਦੇ ਕਰੀਬ ਜਾਨਾਂ ਇਸ ਵਾਇਰਸ ਦੇ ਕਰਕੇ ਜਾ ਚੁੱਕੀਆਂ ਨੇ। ਹਸਪਤਾਲ ਦੇ ਵਿੱਚ ਇਸ ਸਮੇਂ 699 ਦੇ ਕਰੀਬ ਲੋਕ ਹਨ, ਜਿਨ੍ਹਾਂ ਵਿੱਚੋਂ 290 ਇੰਟੈਂਸਿਵ ਕੇਅਰ ਅਧੀਨ ਅਤੇ 184 ਵੈਂਟੀਲੇਟਰ ਦੇ ਉੱਪਰ ਨੇ। ਕਿਊਬੈਕ ਤੋਂ 650 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਅਤੇ 12 ਮੌਤਾਂ ਰਿਕਾਰਡ ਕੀਤੀਆਂ ਗਈਆਂ। ਹੁਣ ਤੱਕ ਇੱਥੇ 2,93,860 ਦੇ ਕਰੀਬ ਕਨਫਰਮਡ ਕੇਸਿਸ ਹਨ। 10,493 ਦੇ ਕਰੀਬ ਲੋਕਾਂ ਦੀ ਇਸ ਵਾਇਰਸ ਦੇ ਕਰਕੇ ਜਾਨ ਜਾ ਚੁੱਕੀ ਹੈ। ਹਸਪਤਾਲ ਦੇ ਵਿੱਚ 576 ਦੇ ਕਰੀਬ ਮਰੀਜ਼ ਹਨ, ਜਿਨ੍ਹਾਂ ਵਿੱਚੋਂ 110 ਇੰਟੈਂਸਿਵ ਕੇਅਰ ਅਧੀਨ ਹਨ। ਪਿਛਲੇ 24 ਘੰਟਿਆਂ ਦੌਰਾਨ 16,357 ਦੇ ਕਰੀਬ ਡੋਜ਼ਸ ਦਿੱਤੀਆਂ ਗਈਆਂ। ਹੁਣ ਤੱਕ ਕੈਨੇਡਾ ਦੇ ਵਿੱਚ 8,93,000 ਦੇ ਕਰੀਬ ਕੋਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। 22,295 ਦੇ ਕਰੀਬ ਜਾਨਾਂ ਜਾ ਚੁੱਕੀਆਂ ਹਨ। 8,40,000 ਕੈਨੇਡਾ ਦੇ ਵਿੱਚ ਹੁਣ ਤੱਕ ਦੇ ਰਿਕਵਰਡ ਕੇਸ ਹਨ, ਜਾਣੀ ਕਿ ਜਿਨ੍ਹਾਂ ਵੱਲੋਂ ਕੋਵਿਡ-19 ਵਾਇਰਸ ਨੂੰ ਮਾਤ ਦਿੱਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਵੈਕਸੀਨੇਸ਼ਨ ਪਲਾਨ ਦੀ ਸ਼ੁਰੂਆਤ ਕਰ ਦਿੱਤੀ ਗਈ, ਜਿਸ ਦੇ ਤਹਿਤ ਹੁਣ 90 ਸਾਲ ਅਤੇ ਇਸ ਤੋਂ ਵੱਧ ਉਮਰ ਵਾਲੇ ਲੋਕ, ਇਸ ਦੇ ਨਾਲ ਹੀ ਇੰਡੀਜੀਅਸ ਸੀਨੀਅਰ ਜਿਨ੍ਹਾਂ ਦੀ ਉਮਰ 65 ਸਾਲ ਅਤੇ ਇਸ ਤੋਂ ਵੱਧ ਹੈ, ਉਹਨਾਂ ਨੂੰ ਕੋਵਿਡ-19 ਵੈਕਸੀਨ ਸ਼ਾਟ ਲਗਾਏ ਜਾ ਰਹੇ ਹਨ। ਇਸ ਦੇ ਵਾਸਤੇ ਅਪਾਇੰਟਮੈਂਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪਹਿਲੇ ਦਿਨ ਕਾਫੀ ਜ਼ਿਆਦਾ ਉਤਸ਼ਾਹ ਦੇਖਿਆ ਗਿਆ, ਜਿਹੜੇ ਲੋਕ ਕੋਵਿਡ-19 ਵੈਕਸੀਨ ਸ਼ਾਟ ਲਗਵਾਉਣਾ ਚਾਹੁੰਦੇ ਹਨ। 1 ਘੰਟੇ ਦੇ ਦੌਰਾਨ ਮਿਲੀਅਨ ਦੇ ਕਰੀਬ ਕਾਲਸ ਜਿਹੜੀਆਂ ਇਸ ਅਪਾਇੰਟਮੈਂਟ ਨੂੰ ਲੈ ਕੇ ਰਿਸੀਵ ਹੋਈਆਂ, ਜਿਸ ਦੀ तमाम ਜਾਣਕਾਰੀ ਸਾਂਝੀ ਕੀਤੀ ਗਈ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੱਲ੍ਹ ਤੋਂ ਨਵੇਂ ਵੈਕਸੀਨ ਪਲਾਨ ਦੀ ਸ਼ੁਰੂਆਤ ਹੋ ਚੁੱਕੀ ਹੈ। ਬਹੁਤ ਸਾਰੇ ਲੋਕ ਕੋਰੋਨਾ ਟੀਕਾ ਲਗਵਾਉਣ ਨੂੰ ਲੈ ਕੇ ਕਾਫੀ ਜ਼ਿਆਦਾ ਉਤਸ਼ਾਹਿਤ ਨਜ਼ਰ ਆਏ ਹਨ। ਇਸ ਦਾ ਪਤਾ ਉਦੋਂ ਲੱਗਿਆ ਜਦੋਂ ਪਹਿਲੇ ਹੀ ਦਿਨ ਫੋਨ ਲਾਈਨਸ ਖੋਲ੍ਹਣ ਤੋਂ ਬਾਅਦ ਕਈ ਮਿਲੀਅਨ ਲੋਕਾਂ ਵੱਲੋਂ ਵੈਕਸੀਨ ਦੇ ਵਾਸਤੇ ਅਪਾਇੰਟਮੈਂਟ ਲਈ ਕਾਲ ਕੀਤੀ ਗਈ। ਆਨਲਾਈਨ ਅਤੇ ਫੋਨ ਦੇ ਉੱਪਰ ਫਰੇਜ਼ਰ ਹੈਲਥ ਅਥਾਰਟੀ ਵੱਲੋਂ 8,772 ਸੀਨੀਅਰ ਕੋਵਿਡ-19 ਵੈਕਸੀਨ ਦੇ ਵਾਸਤੇ ਰਜਿਸਟਰ ਕੀਤੇ ਗਏ। ਵੈਂਕੂਵਰ ਕਾਲ ਸੈਂਟਰਸ ਦੇ ਵੱਲੋਂ ਸਿਰਫ 669 ਸੀਨੀਅਰਸ ਹੀ ਅਪਾਇੰਟਮੈਂਟ ਦੇ ਲਈ ਰਜਿਸਟਰ ਕੀਤੇ ਗਏ। ਹੈਲਥ ਮਿਨਿਸਟਰ ਵੱਲੋਂ ਇਹ ਵੀ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲੇ ਦਿਨ ਉਹਨਾਂ ਨੂੰ ਕਈ ਮੁਸ਼ਕਿਲਾਂ ਸਾਹਮਣੇ ਆਈਆਂ, ਪਰ ਉਹਨਾਂ ਵੱਲੋਂ ਹੁਣ ਇਸ ਦੇ ਉੱਪਰ ਸੁਧਾਰ ਕਰਨ ਦੇ ਵਾਸਤੇ ਕੰਮ ਕੀਤਾ ਜਾ ਰਿਹਾ ਹੈ। ਕੋਵਿਡ ਵੈਕਸੀਨ ਦੇ ਲਈ ਬ੍ਰਿਟਿਸ਼ ਕੋਲੰਬੀਆ ਕਾਲ ਸੈਂਟਰਸ ਨੂੰ ਪਹਿਲੇ ਹੀ ਘੰਟੇ ਦੌਰਾਨ ਮਿਲੀਅਨ ਕਾਲਸ ਰਿਸੀਵ ਹੋਈਆਂ। ਕਾਲਸ ਖੋਲ੍ਹਣ ਦੇ 3 ਘੰਟੇ ਬਾਅਦ 1.7 ਮਿਲੀਅਨ ਕਾਲਸ ਰਿਸੀਵ ਹੋਈਆਂ। ਦੱਸੀਏ ਕਿ ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੇ ਨਵੇਂ ਵੈਕਸੀਨ ਪਲਾਨ ਦਾ ਐਲਾਨ ਕੀਤਾ ਗਿਆ ਹੈ।
ਮਾਰਚ 8 ਤੋਂ ਉਹਨਾਂ ਸੀਨੀਅਰਸ ਨੂੰ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਹੈ ਜਿਨ੍ਹਾਂ ਦੀ ਉਮਰ 90 ਸਾਲ ਇਸ ਤੋਂ ਵੱਧ ਜਾਂ ਫਿਰ ਜਿਹੜੇ ਇੰਡੀਜੀਅਸ ਸੀਨੀਅਰ ਜਿਨ੍ਹਾਂ ਦੀ ਉਮਰ 65 ਸਾਲ ਜਾਂ ਇਸ ਤੋਂ ਉੱਪਰ ਹੈ ਉਹਨਾਂ ਨੂੰ ਟੀਕਾ ਲਗਾਇਆ ਜਾਵੇਗਾ। ਇਸ ਤੋਂ ਬਾਅਦ ਮਾਰਚ 15 ਤੋਂ ਜਿਨ੍ਹਾਂ ਦੀ ਉਮਰ 85 ਸਾਲ ਅਤੇ ਇਸ ਤੋਂ ਜ਼ਿਆਦਾ ਹੈ ਉਹਨਾਂ ਨੂੰ ਕੋਵਿਡ-19 ਵੈਕਸੀਨ ਸ਼ਾਟਸ ਲਗਾਏ ਜਾਣਗੇ। ਮਾਰਚ 22 ਨੂੰ ਉਹਨਾਂ ਸੀਨੀਅਰਸ ਨੂੰ ਕੋਰੋਨਾ ਵੈਕਸੀਨ ਡੋਜ਼ ਦਿੱਤੇ ਜਾਣਗੇ ਜਿਨ੍ਹਾਂ ਦੀ ਉਮਰ 80 ਸਾਲ ਜਾਂ ਫਿਰ ਇਸ ਤੋਂ ਵੱਧ ਹੈ। ਦੱਸ ਦਈਏ ਕਿ ਲਗਾਤਾਰ ਕਈ ਲੋਕਾਂ ਵੱਲੋਂ ਕੋਰੋਨਾ ਵੈਕਸੀਨ ਲਗਵਾਉਣ ਦੇ ਵਾਸਤੇ ਆਪਣੀ ਅਪਾਇੰਟਮੈਂਟ ਫਿਕਸ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਨੇਡਾ ਦੇ ਜੋ ਮੌਜੂਦਾ ਹਾਲਾਤ ਨੇ ਕੋਵਿਡ-19 ਦੇ ਉਸ ਦੇ ਨਾਲ ਜਾਣੂ ਕਰਵਾਇਆ ਗਿਆ। ਪ੍ਰਧਾਨ ਮੰਤਰੀ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਹਫ਼ਤੇ ਦੌਰਾਨ ਕੈਨੇਡਾ ਨੂੰ 1 ਮਿਲੀਅਨ ਦੇ ਕਰੀਬ ਕੋਵਿਡ-19 ਵੈਕਸੀਨ ਡੋਜ਼ਸ ਮਿਲੀਆਂ ਅਤੇ ਇਸ ਮਹੀਨੇ ਦੇ ਆਖਿਰ ਤੱਕ ਕੈਨੇਡਾ ਨੂੰ 8 ਮਿਲੀਅਨ ਦੇ ਕਰੀਬ ਕੋਵਿਡ-19 ਵੈਕਸੀਨ ਸ਼ਾਟ ਰਿਸੀਵ ਹੋਣਗੇ। ਇਸ ਦੇ ਬਾਰੇ ਨਾਲ ਹੀ ਉਹਨਾਂ ਵੱਲੋਂ ਹੋਰ ਵੀ ਕਈ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਪ੍ਰੈਸ ਕਾਨਫਰੰਸ ਦੇ ਦੌਰਾਨ ਕੈਨੇਡਾ ਦੇ ਵਿੱਚ ਜੋ ਕੋਵਿਡ-19 ਦੇ ਹਾਲਾਤ ਨੇ ਉਹਨਾਂ ਦੇ ਬਾਰੇ ਵਿੱਚ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਵੈਕਸੀਨ ਦਾ ਜ਼ਿਕਰ ਕਰਦਿਆਂ ਉਹਨਾਂ ਦੱਸਿਆ ਕਿ ਪਿਛਲੇ ਹਫ਼ਤੇ ਕੈਨੇਡਾ ਨੂੰ ਮਿਲੀਅਨ ਕੋਵਿਡ-19 ਡੋਜ਼ਸ ਮਿਲੀਆਂ ਹਨ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਇਸ ਮਹੀਨੇ ਦੇ ਆਖਿਰ ਤੱਕ ਕੈਨੇਡਾ ਦੇ ਕੋਲ 8 ਮਿਲੀਅਨ ਡੋਜ਼ਸ ਆਉਣਗੀਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਕੈਨੇਡਾ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਾਨਾ ਵੈਕਸੀਨ ਯਾਨੀ ਕਿ ਟੀਕਾ ਲਗਾਇਆ ਜਾ ਰਿਹਾ ਹੈ ਤਾਂ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਕੰਟਰੋਲ ਦੇ ਵਿੱਚ ਕੀਤਾ ਜਾ ਸਕੇ ਅਤੇ ਕੈਨੇਡੀਅਨਸ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਕੀਤਾ ਜਾਵੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹੋਰ ਕੀ ਕਿਹਾ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ। Right now, across the country, we're getting vaccines to Canadians. We now have 4 vaccines approved by independent regulators in Canada, more than any other country. Again, you can count on the fact that any vaccine approved in Canada is both safe and effective. Last week, we received almost 1 million doses of COVID-19 vaccines. This week, we're getting another million. And before the end of this month, we will have received a total of 8 million doses of COVID-19 vaccines. On the 500,000 AstraZeneca vaccine doses delivered from the Serum Institute last week, these shots are being distributed to provinces as we speak. More and more people are getting vaccinated every day. That means more grandparents, healthcare workers, and vulnerable people are now safer. Our top priority is to get you your shot as soon as possible. No one will be left behind. Just take Myrtle from Kanawake, Quebec. She's 90 years old and was the first elderly person living at home in Kanawake to receive a vaccine. For Myrtle and her family, getting her shot was a big moment because now she'll be able to tell her sons who call every Sunday that she is safer. Yesterday, Deputy Prime Minister Freeland announced the creation of the Task Force on Women in the Economy. This 18-member task force, from CEOs and childcare advocates to labour representatives, economists and Indigenous leaders, will advise the government on continuing to advance gender equality in the wake of the pandemic. We need to rebuild an economy that's fair for everyone. So that's exactly what we're going to do. Of course, this is just one part of the equation. After all, it's almost impossible to get, let alone keep, a good job without a roof over your head. Everyone deserves a safe and affordable place to call home. Yesterday, the federal government partnered with the government of British Columbia to announce a $517 million housing benefit investment over 10 years. This is part of our $2 billion commitment to the Canada Housing Benefit to support families right across the country. For more than 25,000 households in BC, the new Canada-British Columbia Housing Benefit will provide financial assistance to marginalized people with low incomes to help with monthly rent. On average, this could mean around $400 in support each month in rent. This program is designed to get right to people who need it most. That's why the benefit will go directly to households through non-profit housing providers through BC Housing. Investments like this are real steps forward to make sure that everyone has a safe place to call home. I want to thank Ministers Ahmed Hussein and Joyce Murray, Member of Parliament Terry Beach, and their counterparts in BC
for all their important work on this issue. ਬ੍ਰਿਟਿਸ਼ ਕੋਲੰਬੀਆ ਦੀ ਹੈਲਥ ਮਿਨਿਸਟਰ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੌਰਾਨ ਉਹਨਾਂ ਵੱਲੋਂ ਨਵੇਂ ਕੋਵਿਡ-19 ਪਾਬੰਦੀਆਂ ਨਿਯਮਾਂ ਦਾ ਐਲਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਸੰਕੇਤ ਦਿੱਤਾ ਹੈ ਕਿ ਕੁਝ ਢਿੱਲ ਦਿੱਤੀ ਜਾਵੇਗੀ ਖੇਡ ਦੇ ਸਮਾਗਮ ਅਤੇ ਧਾਰਮਿਕ ਸਮਾਗਮਾਂ ਦੇ ਵਿੱਚ। ਹੋ ਸਕਦਾ ਹੈ ਕਿ ਇਸ ਦੇ ਨਾਲ ਜੁੜੇ ਹੋਏ ਇਕੱਠ ਦੀ ਇਜਾਜ਼ਤ ਦੇ ਦਿੱਤੀ ਜਾਵੇ, ਪਰ ਉਹਨਾਂ ਨੇ ਇਹ ਵੀ ਨਾਲ ਦੱਸਿਆ ਹੈ ਕਿ ਇਸ ਸਮੇਂ ਵੱਡੇ ਜਿਹੜੇ ਵਿਸ਼ਾਲ ਇਕੱਠ ਉਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, ਜਿਸ ਤਰ੍ਹਾਂ ਪੈਂਡੈਮਿਕ ਤੋਂ ਪਹਿਲਾਂ ਇਕੱਠ ਹੋਇਆ ਕਰਦੇ ਸੀ, ਕਿਉਂਕਿ ਅਜੇ ਵੀ ਜੋ ਕਰੋਨਾ ਵਾਇਰਸ ਹੈ ਉਹ ਖਤਮ ਨਹੀਂ ਹੋਇਆ। ਆਉਣ ਵਾਲੇ ਹਫ਼ਤਿਆਂ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਵੱਲੋਂ ਕਰੋਨਾ ਦੇ ਕਾਰਨ ਲਗਾਈਆਂ ਗਈਆਂ ਪਾਬੰਦੀਆਂ ਦੇ ਵਿੱਚ ਢਿੱਲ ਦਿੱਤੀ ਜਾ ਸਕਦੀ ਹੈ। ਸਪੋਰਟਸ ਅਤੇ ਧਾਰਮਿਕ ਸਮਾਗਮ ਫਿਰ ਤੋਂ ਕੀਤੇ ਜਾ ਸਕਣਗੇ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਬੋਨੀ ਹੈਨਰੀ ਵੱਲੋਂ ਇਸਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਵੀਕਐਂਡ ਦੌਰਾਨ 1400 ਤੋਂ ਵੱਧ ਨਵੇਂ ਕਰੋਨਾ ਦੇ ਮਾਮਲੇ ਸਾਹਮਣੇ ਆਏ ਹਨ। ਜਿਸ ਤਰ੍ਹਾਂ ਜ਼ਿਆਦਾ ਤੋਂ ਜ਼ਿਆਦਾ ਵੈਕਸੀਨ ਅਪਰੂਵ ਹੋ ਰਹੇ ਹਨ, ਉਸ ਦੇ ਨਾਲ ਹੀ ਇਮਿਊਨਾਈਜੇਸ਼ਨ ਪ੍ਰੋਗਰਾਮ ਵੀ ਵਧਾਇਆ ਜਾ ਰਿਹਾ ਹੈ। ਹੋ ਸਕਦਾ ਹੈ ਕਿ ਆਉਣ ਵਾਲੇ ਹਫ਼ਤਿਆਂ ਦੌਰਾਨ ਫਿਰ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਪੋਰਟਸ ਅਤੇ ਧਾਰਮਿਕ ਸਮਾਗਮ ਜਾਣੀ ਕਿ ਸੈਰੇਮਨੀਜ਼ ਦੇਖਣ ਨੂੰ ਮਿਲਣ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਡਾ ਦੇ ਵਿੱਚ ਈਸਟਰ, ਪੈਸੋਵਰ, ਵਿਸਾਖੀ ਅਤੇ ਰਾਮਦਨ ਦੀਆਂ ਰਿਲੀਜੀਅਸ ਹੌਲੀਡੇਜ਼ ਆਉਣ ਵਾਲੀਆਂ ਹਨ। ਅਜਿਹੇ ਦੇ ਵਿੱਚ ਇਹਨਾਂ ਸਮਾਗਮਾਂ ਦੇ ਮੌਕੇ ਆਊਟਡੋਰ ਗੈਦਰਿੰਗ ਕੀਤੀ ਜਾ ਸਕਦੀ ਹੈ, ਪਰ ਇਸ ਦੇ ਵਾਸਤੇ ਉਹਨਾਂ ਵੱਲੋਂ ਪਲਾਨ ਦਾ ਐਲਾਨ ਕੀਤਾ ਜਾਵੇਗਾ, ਕਿਉਂਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਜੇ ਵੀ ਕਰੋਨਾ ਵਾਇਰਸ ਖਤਮ ਨਹੀਂ ਹੋਇਆ। ਹੈਨਰੀ ਨੇ ਜਾਣਕਾਰੀ ਦਿੱਤੀ ਕਿ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋਣ ਵਾਲੀ ਹੈ। ਅਜਿਹੇ ਦੇ ਵਿੱਚ ਲੋਕ ਜ਼ਿਆਦਾ ਤੋਂ ਜ਼ਿਆਦਾ ਸਮਾਂ ਘਰਾਂ ਦੇ ਬਾਹਰ ਬਿਤਾਉਣਗੇ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਆਊਟਡੋਰ ਗੈਦਰਿੰਗ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਪਰ ਇਹ ਵੱਡਾ ਇਕੱਠ ਨਹੀਂ ਕੀਤਾ ਜਾ ਸਕੇਗਾ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਅਜੇ ਵੀ ਲਾਰਜ ਸਕੇਲ ਇਵੈਂਟਸ ਦਾ ਸਮਾਂ ਨਹੀਂ ਆਇਆ। ਜਿਸ ਤਰ੍ਹਾਂ ਪ੍ਰੀ ਪੈਂਡੈਮਿਕ ਗੈਦਰਿੰਗਸ ਕੀਤੀਆਂ ਜਾ ਰਹੀਆਂ ਸਨ, ਅਜੇ ਉਸ ਦੇ ਵਾਸਤੇ ਸਹੀ ਸਮਾਂ ਨਹੀਂ ਹੈ। ਪਰ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਕੁਝ ਰਾਹਤ ਜ਼ਰੂਰ ਕਰੋਨਾ ਵਾਇਰਸ ਦੇ ਕਾਰਨ ਲਗਾਈਆਂ ਪਾਬੰਦੀਆਂ ਤੋਂ ਦਿੱਤੀ ਜਾ ਸਕਦੀ ਹੈ। ਖਬਰ ਐਡੀਲੇਡ ਤੋਂ ਸਾਹਮਣੇ ਆਈ ਹੈ, ਜਿੱਥੇ ਇੱਕ ਪੰਜਾਬਣ ਮੁਟਿਆਰ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੂੰ ਕਈ ਸਵਾਲਾਂ ਦੇ ਘੇਰੇ ਦੇ ਵਿੱਚ ਖੜਾ ਕੀਤਾ ਗਿਆ ਹੈ ਇਸ ਸਮੇਂ। ਉਹ ਇਸ ਕਰਕੇ ਕਿਉਂਕਿ ਜਿਸ ਪੰਜਾਬਣ ਦਾ ਕਤਲ ਕੀਤਾ ਗਿਆ, ਉਸ ਵੱਲੋਂ ਪੁਲਿਸ ਦੇ ਕੋਲ 2 ਵਾਰ ਸ਼ਿਕਾਇਤ ਕੀਤੀ ਗਈ ਸੀ ਕਿ ਕੋਈ ਇਸ ਦਾ ਪਿੱਛਾ ਕਰ ਰਿਹਾ। ਕਾਰਵਾਈ ਪੁਲਿਸ ਵੱਲੋਂ ਨਹੀਂ ਕੀਤੀ ਗਈ। ਹੁਣ ਇਸ ਪੰਜਾਬਣ ਮੁਟਿਆਰ ਦਾ ਕਤਲ ਹੋ ਚੁੱਕਿਆ ਹੈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਪੁਲਿਸ ਤੋਂ ਪੁੱਛੇ ਜਾ ਰਹੇ ਨੇ। ਸਵਾਲ ਕੀਤੇ ਜਾ ਰਹੇ ਨੇ ਕਿ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਿਉਂ ਨਹੀਂ ਕੀਤੀ। ਪਰ ਦੱਸ ਦਈਏ ਕਿ ਇਹ ਜੋ ਖਬਰ ਸਾਹਮਣੇ ਆਈ ਹੈ, ਇਸ ਤੋਂ ਬਾਅਦ ਪੰਜਾਬੀ ਭਾਈਚਾਰੇ ਦੇ ਵਿੱਚ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਐਡੀਲੇਡ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਜਾਬਣ ਕੁੜੀ ਦਾ ਕਤਲ ਕੀਤਾ ਗਿਆ। ਸ਼ਹਿਰ ਤੋਂ 400 ਕਿਲੋਮੀਟਰ ਦੀ ਦੂਰੀ ਦੇ ਉੱਤੇ ਪੰਜਾਬਣ ਦੀ ਲਾਸ਼ ਜ਼ਮੀਨ ਦੇ ਵਿੱਚ ਦੱਬੀ ਹੋਈ ਮਿਲੀ। ਇਸ ਘਟਨਾ ਦੇ ਸੰਬੰਧ ਦੇ ਵਿੱਚ ਇੱਕ ਮੁੰਡੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦਈਏ ਕਿ ਲੜਕੀ ਵੱਲੋਂ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਸੀ ਕਿ ਕੋਈ ਉਸ ਦਾ ਪਿੱਛਾ ਕਰ ਰਿਹਾ ਹੈ। ਇਹ ਸ਼ਿਕਾਇਤ ਪੁਲਿਸ ਨੂੰ ਇਸ ਲੜਕੀ ਵੱਲੋਂ 2 ਵਾਰ ਕੀਤੀ ਗਈ। ਹੁਣ ਇਸ ਲੜਕੀ ਦੀ ਮੌਤ ਤੋਂ ਬਾਅਦ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਘਿਰ ਗਈ ਹੈ। ਪੁਲਿਸ ਨੂੰ ਇਹ ਸਵਾਲ ਕੀਤੇ ਜਾ ਰਹੇ ਹਨ ਕਿ ਜਦੋਂ ਲੜਕੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਤਾਂ ਫਿਰ ਸਮਾਂ ਰਹਿੰਦਿਆਂ ਉਸ ਦੇ ਉੱਪਰ ਕਾਰਵਾਈ ਕਿਉਂ ਨਹੀਂ ਕੀਤੀ ਗਈ। ਇੰਨਾ ਹੀ ਨਹੀਂ, ਇਸ ਸਾਰੇ ਮਾਮਲੇ ਦੇ ਮੁਕੱਦਮੇ ਦੀ ਤਿਆਰੀ ਦੇ ਲਈ 9 ਮਹੀਨੇ ਦਾ ਸਮਾਂ ਵੀ ਮੰਗਿਆ ਗਿਆ ਹੈ। ਇਸ ਦੇ ਚੱਲਦਿਆਂ ਹੁਣ ਇੱਕ ਲੰਬਾ ਇੰਤਜ਼ਾਰ ਇਨਸਾਫ ਦੇ ਲਈ ਕਰਨਾ ਪਵੇਗਾ। ਪੰਜਾਬੀ ਭਾਈਚਾਰੇ ਦੇ ਵਿੱਚ ਇਸ ਪੰਜਾਬਣ ਕੁੜੀ ਦੇ ਕਤਲ ਤੋਂ ਬਾਅਦ ਸੋਗ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਸੋਗ ਦੀ ਲਹਿਰ ਹੀ ਨਹੀਂ, ਬਲਕਿ ਉਹਨਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਇਸ ਨੂੰ ਲੈ ਕੇ ਖੜੇ ਕੀਤੇ ਜਾ ਰਹੇ ਹਨ। ਇਹ ਸਵਾਲ ਲਗਾਤਾਰ ਪੁਲਿਸ ਨੂੰ ਪੁੱਛੇ ਜਾ ਰਹੇ ਹਨ, ਕਿਉਂਕਿ ਲੜਕੀ ਵੱਲੋਂ ਜਦੋਂ ਉਸ ਦਾ ਕੋਈ ਪਿੱਛਾ ਕਰ ਰਿਹਾ ਸੀ, ਇਸ ਦੀ 2 ਵਾਰ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ ਸੀ, ਪਰ ਪੁਲਿਸ ਵੱਲੋਂ ਇਸ ਦੇ ਉੱਪਰ ਕਾਰਵਾਈ ਨਹੀਂ ਕੀਤੀ ਗਈ ਅਤੇ ਲੜਕੀ ਦਾ ਕਤਲ ਹੋ ਗਿਆ। ਇਸ ਦੇ ਚੱਲਦਿਆਂ ਕਈ ਲੋਕ ਸਵਾਲ ਪੁੱਛਦੇ ਨਜ਼ਰ ਆ ਰਹੇ ਹਨ। ਸਰੀ ਦੇ ਇੱਕ ਕੇਅਰ ਹੋਮ ਦੇ ਵਿੱਚ ਕੋਵਿਡ-19 ਆਊਟਬ੍ਰੇਕ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੇ ਵਿੱਚ ਜੋ ਲੋਕਾਂ ਨੂੰ ਕੋਵਿਡ-19 ਵੈਕਸੀਨ ਸ਼ਾਟਸ ਲਗਾਏ ਜਾ ਚੁੱਕੇ ਹਨ, ਪਰ ਇਸ ਦੇ ਚੱਲਦਿਆਂ ਵੀ ਕਈ ਲੋਕ ਕੋਵਿਡ-19 ਪੋਜ਼ਿਟਿਵ ਪਾਏ ਗਏ। ਜੋ ਪੋਜ਼ਿਟਿਵ ਪਾਏ ਗਏ, ਇਹਨਾਂ ਵਿੱਚੋਂ ਕਈ ਅਜਿਹੇ ਵੀ ਸਨ ਜਿਨ੍ਹਾਂ ਨੂੰ 2 ਕਰੋਨਾ ਵੈਕਸੀਨ ਦੇ ਸ਼ਾਟ ਲਗਾਏ ਗਏ। ਹੈਲਥ ਮਿਨਿਸਟਰ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਚਾਹੇ ਵੈਕਸੀਨ ਲੱਗ ਚੁੱਕਿਆ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਕਰੋਨਾ ਵਾਇਰਸ ਦਾ ਫੈਲਾਅ ਨਹੀਂ ਹੋਵੇਗਾ। ਅਜੇ ਵੀ ਸਾਨੂੰ ਜ਼ਰੂਰਤ ਹੈ ਕਿ ਅਸੀਂ ਪ੍ਰੀਕਾਸ਼ਨਸ ਦਾ, ਸਾਵਧਾਨੀਆਂ ਦਾ ਧਿਆਨ ਰੱਖੀਏ। ਬ੍ਰਿਟਿਸ਼ ਕੋਲੰਬੀਆ ਦੇ ਕੇਅਰ ਹੋਮ ਦੇ ਵਿੱਚ ਕੋਵਿਡ-19 ਆਊਟਬ੍ਰੇਕ ਹੋਇਆ ਹੈ। ਇੱਥੇ ਦੇ ਰੈਜ਼ੀਡੈਂਟ ਅਤੇ ਸਟਾਫ ਨੂੰ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ। ਇਹ ਨਵਾਂ ਆਊਟਬ੍ਰੇਕ ਬ੍ਰਿਟਿਸ਼ ਕੋਲੰਬੀਆ ਦੇ ਇੰਟੀਰੀਅਰ ਹੈਲਥ ਰੀਜਨ ਦੇ ਕਾਟਨਵੁੱਡ ਕੇਅਰ ਸੈਂਟਰ ਦੇ ਵਿੱਚ ਹੋਇਆ। ਪ੍ਰੋਵਿੰਸ਼ੀਅਲ ਹੈਲਥ ਆਫੀਸਰ ਵੱਲੋਂ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ।
ਉਹਨਾਂ ਨੇ ਕਿਹਾ ਕਿ ਵੈਕਸੀਨੇਸ਼ਨ ਲੱਗਣ ਦਾ ਮਤਲਬ ਇਹ ਨਹੀਂ ਕਿ ਵਾਇਰਸ ਟ੍ਰਾਂਸਮਿਸ਼ਨ ਰੁਕ ਗਿਆ ਹੈ। ਅਜੇ ਵੀ ਕੇਅਰ ਹੋਮਸ ਦੇ ਵਿੱਚ ਪ੍ਰੀਕਾਸ਼ਨਸ ਵਰਤਣ ਦੀ ਜ਼ਰੂਰਤ ਹੈ। ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਥੋਂ ਦੇ 2 ਸਟਾਫ ਮੈਂਬਰ ਅਤੇ 10 ਰੈਜ਼ੀਡੈਂਟ ਕੋਵਿਡ ਪੋਜ਼ਿਟਿਵ ਪਾਏ ਗਏ ਹਨ। ਕੁਝ ਉਹ ਵੀ ਹਨ ਜਿਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ 2 ਸ਼ਾਟਸ ਲੱਗ ਚੁੱਕੇ ਨੇ। ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਇਸ ਮਹੀਨੇ ਦੇ ਆਖਿਰ ਤੱਕ ਨਵੇਂ ਗਾਈਡਲਾਈਨਸ ਦਾ ਐਲਾਨ ਕੀਤਾ ਜਾਵੇਗਾ। ਨਾਲ ਹੀ ਦੱਸ ਦਈਏ ਕਿ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਤੱਕ 3,33,327 ਦੇ ਕਰੀਬ ਲੋਕਾਂ ਨੂੰ ਵੈਕਸੀਨੇਸ਼ਨ ਲਗਾ ਦਿੱਤੀ ਗਈ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੋਵਿਡ-19 ਵੈਕਸੀਨੇਸ਼ਨ ਦੇ ਨਵੇਂ ਪਲਾਨ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿਸ ਦੇ ਤਹਿਤ 90 ਸਾਲ ਇਸ ਤੋਂ ਵੱਧ ਉਮਰ ਵਾਲੇ ਅਤੇ ਇੰਡੀਜੀਅਸ ਸੀਨੀਅਰ ਜਿਨ੍ਹਾਂ ਦੀ ਉਮਰ 65 ਸਾਲ ਅਤੇ ਇਸ ਤੋਂ ਵੱਧ ਦੀ ਹੈ ਉਹਨਾਂ ਨੂੰ ਕੋਵਿਡ-19 ਵੈਕਸੀਨ ਸ਼ਾਟਸ ਲਗਾਏ ਜਾਣਗੇ। ਇਸ ਦੇ ਨਾਲ ਹੀ ਪ੍ਰੋਵਿੰਸ ਵੱਲੋਂ ਇਹ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ ਕਿ ਇੱਥੇ ਪਹਿਲੇ ਹੀ ਦਿਨ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਉਤਸ਼ਾਹ ਕੋਵਿਡ-19 ਵੈਕਸੀਨ ਲਗਾਉਣ ਦੇ ਲਈ ਦੇਖਿਆ ਗਿਆ, ਕਿਉਂਕਿ ਪਹਿਲੇ ਹੀ ਦਿਨ ਉਹਨਾਂ ਨੂੰ ਅਪਾਇੰਟਮੈਂਟ ਦੇ ਵਾਸਤੇ ਕਈ ਮਿਲੀਅਨ ਕਾਲ ਰਿਸੀਵ ਹੋਈਆਂ ਨੇ। ਕੈਨੇਡਾ ਵੱਲੋਂ PNP ਸਪੈਸੀਫਿਕ ਡਰਾਅ ਦਾ ਐਲਾਨ ਕੀਤਾ ਗਿਆ। 8 ਮਾਰਚ ਨੂੰ ਇਹ ਡਰਾਅ ਕੱਢਿਆ ਗਿਆ, ਜਿਸ ਦੇ ਤਹਿਤ ਕਈ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਦੱਸ ਦਈਏ ਕਿ ਕੈਨੇਡੀਅਨਸ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਕਿ ਇੱਕ ਵੱਡਾ ਸਰਪ੍ਰਾਈਜ਼ ਕੈਨੇਡਾ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲੋਂ ਦਿੱਤਾ ਜਾ ਸਕਦਾ ਹੈ, ਜਿਸ ਦਾ ਸੰਕੇਤ ਕਈ ਵਾਰ ਇਮੀਗ੍ਰੇਸ਼ਨ ਮੰਤਰੀ ਵੱਲੋਂ ਦਿੱਤਾ ਗਿਆ ਹੈ। ਜੋ ਐਕਸਪ੍ਰੈਸ ਐਂਟਰੀ ਡਰਾਅ ਪਿਛਲੀ ਵਾਰ ਦਾ ਐਲਾਨ ਕੀਤਾ ਗਿਆ ਸੀ, ਉਸ ਦੇ ਤਹਿਤ ਇੱਕੋ ਵੇਲੇ ਦੇ ਵਿੱਚ 27,332 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਅਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਕੈਨੇਡਾ ਵੱਲੋਂ ਅਜਿਹਾ ਕੋਈ ਵੱਡਾ ਡਰਾਅ ਕੱਢਿਆ ਜਾਵੇਗਾ। PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ 671 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਇਸ ਡਰਾਅ ਦਾ ਐਲਾਨ ਮਾਰਚ 8 ਨੂੰ ਕੀਤਾ ਗਿਆ। ਕੈਨੇਡਾ ਵੱਲੋਂ 671 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ ਤਾਂ ਕਿ ਉਹ PR ਦੇ ਵਾਸਤੇ ਆਪਣੀਆਂ ਐਪਲੀਕੇਸ਼ਨਸ ਭੇਜ ਸਕਣ। ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਉਹਨਾਂ ਕੈਂਡੀਡੇਟਸ ਨੂੰ ਸੱਦੇ ਜਾਰੀ ਕੀਤੇ ਗਏ ਜਿਨ੍ਹਾਂ ਦਾ ਮਿਨੀਮਮ ਸਕੋਰ 739 ਸੀ। ਇਹ ਸਕੋਰ ਰਿਕੁਆਇਰਮੈਂਟ ਹਾਈ ਸੀ। ਇਸ ਦਾ ਕਾਰਨ ਇਹ ਵੀ ਸੀ ਕਿ ਜਿਨ੍ਹਾਂ ਨੂੰ ਇਨਵਾਈਟ ਕੀਤਾ ਗਿਆ ਉਹਨਾਂ ਕੋਲ ਪਹਿਲਾਂ ਹੀ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਦਾ ਇਨਵੀਟੇਸ਼ਨ ਹੈ। ਜਿਨ੍ਹਾਂ ਵੱਲੋਂ ਫਰਵਰੀ 16, 2021 ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਜਮ੍ਹਾਂ ਕਰਵਾਈ ਗਈ ਸੀ, ਉਹਨਾਂ ਨੂੰ ਹੀ ਡਰਾਅ ਦੇ ਵਿੱਚ ਸ਼ਾਮਲ ਕੀਤਾ ਗਿਆ। ਹੁਣ ਤੱਕ ਕੈਨੇਡਾ ਵੱਲੋਂ 38,651 ਇਨਵੀਟੇਸ਼ਨ ਜਾਰੀ ਕਰ ਦਿੱਤੇ ਗਏ ਹਨ। ਆਪਣੇ ਨਵੇਂ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਤਹਿਤ ਕੈਨੇਡਾ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ ਸਾਲਾਨਾ 4 ਲੱਖ ਤੋਂ ਵੱਧ ਉਮੀਦਵਾਰਾਂ ਦਾ ਇੱਥੇ ਸਵਾਗਤ ਕੀਤਾ ਜਾਵੇਗਾ। ਹੁਣ ਸਭ ਦੀਆਂ ਨਿਗਾਹਾਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਡਰਾਅ ਦੇ ਉੱਪਰ ਟਿਕੀਆਂ ਹੋਈਆਂ ਹਨ, ਕਿਉਂਕਿ ਜੋ ਪਿਛਲਾ ਡਰਾਅ ਐਲਾਨ ਕੀਤਾ ਗਿਆ ਸੀ ਉਸ ਦੇ ਤਹਿਤ ਇੱਕੋ ਵਾਰੀ 27,000 ਤੋਂ ਵੱਧ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਸਨ। ਹੁਣ ਸਭ ਦੀ ਦਿਲਚਸਪੀ ਆਉਣ ਵਾਲੇ ਨਵੇਂ ਡਰਾਅ ਦੇ ਵਿੱਚ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੇ ਨਵੇਂ ਡਰਾਅ ਦੇ ਵਿੱਚ ਵੀ ਕੁਝ ਵੱਡਾ ਹੀ ਐਲਾਨ ਕੀਤਾ ਜਾਵੇਗਾ। ਇਸ ਦੇ ਬਾਰੇ ਇਮੀਗ੍ਰੇਸ਼ਨ ਮੰਤਰੀ ਵੱਲੋਂ ਕਈ ਤਰ੍ਹਾਂ ਦੇ ਸੰਕੇਤ ਵੀ ਦਿੱਤੇ ਜਾ ਚੁੱਕੇ ਹਨ। ਇਸ ਤੋਂ ਬਾਅਦ ਉਮੀਦ ਹੈ ਕਿ ਹੁਣ ਕੋਈ ਵੱਡਾ ਸਰਪ੍ਰਾਈਜ਼ ਹੀ ਮਿਲੇਗਾ। ਸਰੀ ਕਲੋਵਰਡੇਲ ਦੀ ਇੱਕ ਬੱਚੀ ਨੈਟਫਲਿਕਸ ਦੇ ਉੱਪਰ ਛਾਈ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਨੈਟਫਲਿਕਸ ਦੀ ਜੋ ਇੱਕ ਸੀਰੀਜ਼ ਹੈ ਉਸ ਦੇ ਵਿੱਚ ਨਜ਼ਰ ਆਉਣ ਵਾਲੀ ਹੈ ਇਹ 8 ਸਾਲ ਦੀ ਬੱਚੀ। ਕਿੰਡਰਗਾਰਟਨ ਤੋਂ ਹੀ ਬੱਚੀ ਵੱਲੋਂ ਐਕਟਿੰਗ ਕੀਤੀ ਜਾ ਰਹੀ ਹੈ। ਡਾਂਸ ਕਰਨਾ ਇਸ ਨੂੰ ਕਾਫੀ ਜ਼ਿਆਦਾ ਪਸੰਦ ਹੈ। ਸਟੇਜ ਦੇ ਉੱਪਰ ਬਣੇ ਰਹਿਣਾ ਵੀ ਬਹੁਤ ਜ਼ਿਆਦਾ ਪਸੰਦ ਹੈ। ਇਸ ਸੀਰੀਜ਼ ਦੇ ਵਿੱਚ ਜੋ ਉਸ ਦਾ ਕੰਮ ਕਰਨ ਦਾ ਤਜਰਬਾ ਹੈ ਉਹ ਵੀ ਉਸਨੇ ਸਾਂਝਾ ਕੀਤਾ ਤੇ ਨਾਲ ਦੀ ਨਾਲ ਇਸ ਬੱਚੀ ਦੀ ਮਾਂ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਜਿਸ ਸ਼ੋਅ ਦੇ ਵਿੱਚ ਉਹ ਨਜ਼ਰ ਆਉਣ ਵਾਲੀ ਹੈ, ਜੁਲਾਈ ਮਹੀਨੇ ਤੱਕ ਇਸ ਦੀ ਸ਼ੂਟਿੰਗ ਕੀਤੀ ਜਾਵੇਗੀ। ਸਰੀ ਕਲੋਵਰਡੇਲ ਦੀ ਬੱਚੀ ਨੈਟਫਲਿਕਸ ਦੇ ਉੱਪਰ ਛਾਈ ਹੋਈ ਨਜ਼ਰ ਆ ਰਹੀ ਹੈ। ਜੀ ਹਾਂ, ਕਲੋਵਰਡੇਲ ਦੀ ਐਮਾ ਓਲੀਵਰ ਨਾਮ ਦੀ ਬੱਚੀ ਸਨੋਪੀਅਰਸਰ ਦੇ ਤੀਜੇ ਸੀਜ਼ਨ ਦੇ ਵਿੱਚ ਨਜ਼ਰ ਆਵੇਗੀ। ਇਹ ਸੀਜ਼ਨ ਨੈਟਫਲਿਕਸ ਵੱਲੋਂ ਲਿਆਂਦਾ ਜਾਵੇਗਾ। ਇਸ ਬੱਚੇ ਦੀ ਉਮਰ 8 ਸਾਲ ਹੈ ਅਤੇ ਇਸ ਨੂੰ ਐਕਟਿੰਗ ਦਾ ਕਾਫੀ ਸ਼ੌਕ ਹੈ। ਇਸ ਮੌਕੇ ਦੇ ਉੱਪਰ ਐਮਾ ਵੱਲੋਂ ਦੱਸਿਆ ਗਿਆ ਕਿ ਉਸ ਨੂੰ ਐਕਟਿੰਗ ਕਾਫੀ ਜ਼ਿਆਦਾ ਪਸੰਦ ਹੈ। ਉਸ ਨੂੰ ਅਲੱਗ ਕਿਰਦਾਰ ਨਿਭਾਉਣੇ ਅਤੇ ਕੂਲ ਸੈਟਸ ਕਾਫੀ ਜ਼ਿਆਦਾ ਪਸੰਦ ਹਨ। ਇਹ ਬੱਚੀ ਕਿੰਡਰਗਾਰਟਨ ਤੋਂ ਹੀ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ ਅਤੇ ਹੁਣ ਇਹ ਗ੍ਰੇਡ 3 ਦੇ ਵਿੱਚ ਹੈ। 2021 ਦੇ ਵਿੱਚ ਉਸਨੇ ਫਲੋਰਾ ਐਂਡ ਓਲਿਸਿਸ ਅਤੇ ਰੈਜ਼ੀਡੈਂਟ ਏਲੀਅਨ ਕੀਤੀ। 2020 ਦੇ ਦੌਰਾਨ ਸੋਨਿਕ ਐਂਡ ਹੈਜਹੌਗ, 2019 ਦੇ ਦੌਰਾਨ ਉਸਨੇ ਦ 100, 2018 ਦੇ ਵਿੱਚ ਐਕਸ ਫਲਾਈਜ਼ ਅਤੇ ਹੋਰ ਵੀ ਕਈ ਪ੍ਰੋਜੈਕਟਸ ਦੇ ਵਿੱਚ ਇਹ ਬੱਚੀ ਨਜ਼ਰ ਆਈ ਹੈ। ਇਸ ਬੱਚੀ ਵੱਲੋਂ ਕਈ ਅਵਾਰਡ ਵੀ ਹਾਸਲ ਕੀਤੇ ਗਏ। ਐਮਾ ਨੂੰ ਡਾਂਸ ਕਰਨਾ ਬਹੁਤ ਜ਼ਿਆਦਾ ਪਸੰਦ ਹੈ ਅਤੇ ਉਸ ਨੂੰ ਸਟੇਜ ਵੀ ਬੇਹੱਦ ਪਸੰਦ ਹੈ। ਹੁਣ ਐਮਾ ਨੈਟਫਲਿਕਸ ਦੇ ਸ਼ੋਅ ਦੇ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਪ੍ਰੋਜੈਕਟ ਦੇ ਬਾਰੇ ਵਿੱਚ ਗੱਲਬਾਤ ਕਰਦੇ ਹੋਏ ਉਸਨੇ ਦੱਸਿਆ ਕਿ ਕਾਸਟ ਅਤੇ ਕਰੂ ਕਾਫੀ ਜ਼ਿਆਦਾ ਵਧੀਆ ਹੈ।
ਇਸ ਬੱਚੀ ਦੀ ਮਾਂ ਵੀ ਆਪਣਾ ਤਜਰਬਾ ਸਾਂਝਾ ਕਰਦੀ ਹੋਈ ਨਜ਼ਰ ਆਈ, ਜਿੱਥੇ ਉਸਨੇ ਦੱਸਿਆ ਕਿ ਮੇਰੀ ਬੱਚੀ ਕਈਆਂ ਦੇ ਵਾਸਤੇ ਇੰਸਪੀਰੇਸ਼ਨ ਹੈ। ਦੱਸ ਦਈਏ ਕਿ ਐਮਾ ਵੱਲੋਂ ਜੁਲਾਈ ਮਹੀਨੇ ਤੱਕ ਇਸ ਤੀਸਰੇ ਸੀਜ਼ਨ ਦੇ ਵਾਸਤੇ ਸ਼ੂਟ ਕੀਤਾ ਜਾਵੇਗਾ। ਕੈਨੇਡਾ ਦੇ ਟੂਰਿਜ਼ਮ ਸੈਕਟਰ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਉੱਪਰ ਵੀ ਪ੍ਰਭਾਵ ਦੇਖਣ ਨੂੰ ਮਿਲਿਆ। ਇੱਕ ਰਿਪੋਰਟ ਪੇਸ਼ ਕੀਤੀ ਗਈ ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਕਿ ਪਿਛਲੇ ਸਾਲ ਦੇ ਮੁਕਾਬਲੇ ਜੇਕਰ ਅਸੀਂ ਕਰੋਨਾ ਵਾਇਰਸ ਦੇ ਦੌਰਾਨ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਆਉਣ ਵਾਲੇ ਸੈਲਾਨੀਆਂ ਦੇ ਵਿੱਚ ਗਿਰਾਵਟ ਦੇਖੀ ਗਈ ਹੈ। ਨਾਲ ਦੀ ਨਾਲ ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਕਿਸ ਤਰ੍ਹਾਂ ਕਰੋਨਾ ਵਾਇਰਸ ਦਾ ਅਸਰ ਕੈਨੇਡਾ ਦੀ ਆਰਥਿਕਤਾ ਦੇ ਉੱਪਰ ਅਤੇ ਹੋਰ ਅਲੱਗ-ਅਲੱਗ ਕਾਰੋਬਾਰਾਂ ਦੇ ਉੱਪਰ ਪਿਆ ਹੈ। ਕੋਵਿਡ-19 ਦਾ ਅਸਰ ਅਲੱਗ-ਅਲੱਗ ਚੀਜ਼ਾਂ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਇਸ ਕਰੋਨਾ ਦਾ ਕਹਿਰ ਕੈਨੇਡਾ ਦੇ ਵਿੱਚ ਟੂਰਿਜ਼ਮ ਕਾਰੋਬਾਰ ਦੇ ਉੱਪਰ ਵੀ ਪਿਆ ਹੈ। ਕੋਵਿਡ-19 ਦੇ ਚੱਲਦਿਆਂ ਕੈਨੇਡਾ ਆਉਣ ਵਾਲੇ ਸੈਲਾਨੀਆਂ ਦੀ ਆਮਦ ਘੱਟ ਹੋਈ ਹੈ। ਮਾਰਚ 2020 ਤੋਂ ਹੀ ਕੈਨੇਡਾ ਵੱਲੋਂ ਕੋਵਿਡ-19 ਦੇ ਚੱਲਦਿਆਂ ਟਰੈਵਲ ਰੈਸਟ੍ਰਿਕਸ਼ਨਸ ਦਾ ਐਲਾਨ ਕੀਤਾ ਗਿਆ। ਕੈਨੇਡਾ ਆਉਣ ਵਾਲੇ ਸੈਲਾਨੀਆਂ ਦੇ ਬਾਰੇ ਇੱਕ ਰਿਪੋਰਟ ਜੋ ਪੇਸ਼ ਕੀਤੀ ਗਈ, ਉਸ ਦੇ ਵਿੱਚ ਪਾਇਆ ਗਿਆ ਕਿ ਅਪ੍ਰੈਲ ਤੋਂ ਨਵੰਬਰ 2020 ਦੇ ਤੱਕ ਯਾਤਰੀਆਂ ਦੇ ਲਈ ਹਵਾਈ ਆਵਾਜਾਈ ਤੋਂ ਹੋਣ ਵਾਲੇ ਬੈਨੀਫਿਟ ਦੇ ਵਿੱਚ 90% ਦਾ ਘਾਟਾ ਦੇਖਿਆ ਗਿਆ ਹੈ। ਪਿਛਲੀ ਗਰਮੀਆਂ ਦੀ ਜੇਕਰ ਗੱਲ ਕਰੀਏ ਤਾਂ ਕੈਨੇਡਾ ਦੇ ਹੋਟਲਸ ਦੇ ਵਿੱਚ ਵੀਕਲੀ 42.9% ਲੋਕ ਪਹੁੰਚੇ ਸਨ। ਜੂਨ 2020 ਮਹੀਨੇ ਦੇ ਵਿੱਚ ਕੈਨੇਡਾ ਦੀਆਂ ਵੱਡੀਆਂ 에ਅਰਲਾਈਨਸ ਦੇ ਵਿੱਚ 4,40,000 ਦੇ ਕਰੀਬ ਯਾਤਰੀਆਂ ਨੇ ਟਰੈਵਲ ਕੀਤਾ, ਜੋ ਇੱਕ ਸਾਲ ਪਹਿਲੇ ਇਸ ਮਹੀਨੇ ਦੇ ਮੁਕਾਬਲੇ 6.7 ਮਿਲੀਅਨ ਘੱਟ ਯਾਤਰੀ ਹਨ। ਇੰਨਾ ਹੀ ਨਹੀਂ, ਕੈਨੇਡਾ ਦੇ ਵਿੱਚ ਕੋਵਿਡ-19 ਦੇ ਚੱਲਦਿਆਂ ਬੇਰੁਜ਼ਗਾਰੀ ਦਰ ਵੀ ਵਧੀ ਹੈ। ਸੈਰ ਸਪਾਟਾ ਸੈਕਟਰ ਦਾ ਸਾਹਮਣਾ ਕਰ ਰਹੀ ਮੌਜੂਦਾ ਸਥਿਤੀ ਨੂੰ 9/11, ਸਾਰਸ ਅਤੇ 2008 ਦੇ ਆਰਥਿਕ ਸੰਕਟ ਦੇ ਬਾਅਦ ਹੋਏ ਪ੍ਰਭਾਵ ਨਾਲੋਂ ਵੀ ਮਾੜਾ ਦੱਸਿਆ ਜਾ ਰਿਹਾ ਹੈ। ਸੈਰ ਸਪਾਟਾ ਇਕਨੋਮੀ ਦੇ ਵਿੱਚ 1,50,000 ਨੌਕਰੀਆਂ ਨੂੰ ਬਰਕਰਾਰ ਰੱਖਣ ਦੇ ਵਿੱਚ ਸਹਾਇਤਾ ਕਰਦੀ ਹੈ। ਹਰ 10 ਦੇ ਵਿੱਚੋਂ ਇੱਕ ਕੈਨੇਡੀਅਨ ਨੌਕਰੀ ਟੂਰਿਜ਼ਮ ਦੇ ਨਾਲ ਜੁੜੀ ਹੋਈ ਹੈ। ਟੂਰਿਜ਼ਮ ਸੈਕਟਰ ਦੇ ਵਿੱਚ ਬੇਰੁਜ਼ਗਾਰੀ ਦੀ ਦਰ ਕਿਸੇ ਵੀ ਖੇਤਰ ਵਿੱਚੋਂ ਸਭ ਤੋਂ ਉੱਚੀ ਰਹੀ, ਜੋ 2020 ਦੇ ਅੰਤ ਦੇ ਵਿੱਚ ਰਾਸ਼ਟਰੀ ਦਰ ਤੋਂ 6.6% ਵਧੀ ਸੀ। ਕੋਵਿਡ-19 ਦਾ ਅਸਰ ਕੈਨੇਡਾ ਦੇ ਅਲੱਗ-ਅਲੱਗ ਕਾਰੋਬਾਰਾਂ ਦੇ ਉੱਪਰ ਪਿਆ। ਕੈਨੇਡਾ ਦੀ ਇਕਨੋਮੀ ਦੇ ਉੱਪਰ ਵੀ ਇਸ ਦਾ ਅਸਰ ਦੇਖਣ ਨੂੰ ਮਿਲਿਆ ਅਤੇ ਹੁਣ ਜੋ ਤਾਜ਼ਾ ਰਿਪੋਰਟ ਪੇਸ਼ ਕੀਤੀ ਗਈ ਉਸ ਦੇ ਵਿੱਚ ਦੱਸਿਆ ਗਿਆ ਕਿ ਕੈਨੇਡਾ ਦਾ ਟੂਰਿਜ਼ਮ ਸੈਕਟਰ ਕਿਸ ਤਰ੍ਹਾਂ ਕੋਵਿਡ-19 ਦੇ ਕਾਰਨ ਪ੍ਰਭਾਵਿਤ ਹੋਇਆ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਝਾਤ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਦੇ ਉੱਪਰ। ਨਹੀਂ ਪਤਾ ਕਦੋਂ ਆਵੇਗਾ ਜੌਨਸਨ ਐਂਡ ਜੌਨਸਨ ਦਾ ਟੀਕਾ, ਜਾਣੋ ਕੀ ਹੈ ਕੈਨੇਡਾ ਦੇ ਕੋਵਿਡ-19 ਦੇ ਹਾਲਾਤ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲੇ ਹੀ ਦਿਨ ਵੈਕਸੀਨ ਦੇ ਲਈ ਲੋਕਾਂ ਦਾ ਉਤਸ਼ਾਹ, 1 ਘੰਟੇ ਦੇ ਵਿੱਚ ਮਿਲੀਅਨ ਲੋਕਾਂ ਨੇ ਵੈਕਸੀਨ ਦੇ ਲਈ ਕੀਤੀ ਕਾਲ। ਟਰੂਡੋ ਨੇ ਦੱਸੇ ਕਰੋਨਾ ਦੇ ਹਾਲਾਤ, ਦਿੱਤੀ ਵੈਕਸੀਨ ਦੇ ਬਾਰੇ ਵਿੱਚ ਜਾਣਕਾਰੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਸਕਣਗੇ ਧਾਰਮਿਕ ਅਤੇ ਖੇਡ ਸਮਾਗਮ, ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤੀ ਜਾ ਸਕਦੀ ਹੈ ਢਿੱਲ। ਐਡੀਲੇਡ ਦੇ ਵਿੱਚ ਪੰਜਾਬਣ ਦਾ ਕਤਲ, ਪੁਲਿਸ ਨੂੰ ਕੁੜੀ ਨੇ ਕੀਤੀ ਸੀ 2 ਵਾਰ ਸ਼ਿਕਾਇਤ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।